अस्सलाम वालेकुम दोस्त, उम्मीद करदा खैर नाल होसी। अज दी वीडियो आ पावर बलैंडर स्टील बाडी दा इलैक्ट्रिक पावर बलैंडर दे नाम तो मशहूर है। देसी इहदी फिटिंग आ, देसी मैन्युफैक्चरिंग आ, मेड इन पाकिस्तान खास कर। ते इहदी मोटर सड़ गई आ। मोटर दी हाई स्पीड हुंदी आ ते फुल लोड हुंदी, यानी कि फुल ताकत वाली मोटर। जिहड़ी तुसीं मोटर देख रहे हो, ये मोटर लग्गी होंदी है। इस्तेमाल करदे आ नाई वगैरा, पकवान सैंटर च मसाले पा के बटन नप्पदे, हर शै दलिया कर दिंदी। ਇਹਦੀ ਮੋਟਰ ਨੂੰ ਲੱਗ ਗਿਆ ਸੀ ਪਾਣੀ, ਠੀਕ ਆ। ਹੁਣ ਉਹਦੀ ਮੋਟਰ ਚੇਂਜ ਕਰਨ ਲੱਗੇ। ਮੋਟਰ ਦੀ ਤੁਹਾਨੂੰ ਮੈਂ ਦੱਸ ਦਿਆਂ, ਰੂਟਰ ਜਿਹੜਾ ਯਾਨੀ ਕਿ ਆਰਮੇਚਰ ਦਾ ਕਾਪਰ ਅਤੇ ਫੀਲਡਾਂ ਦੀਆਂ ਸਿਲਵਰ ਆ ਹੀ ਇਸੇ ਤਰ੍ਹਾਂ ਰਹੀ ਆ। ਅਤੇ ਉਹ ਪਾਣੀ ਲੱਗ ਗਿਆ, ਫਾਇਦਾ ਕੋਈ ਨਹੀਂ, ਰਿਪੇਅਰਿੰਗ 'ਤੇ ਹੁੰਦਾ। ਇਸ ਲਈ ਮੁਕੰਮਲ ਮੋਟਰ ਲਿਆਂਦੀ ਆ। ਅਤੇ ਮੋਟਰ ਜਿਹੜੀ ਹੁਣ ਆ ਰਹੀ ਉਹਦੀ ਫਿਟਿੰਗ ਚੇਂਜ ਆ, ਯਾਨੀ ਕਹਿ ਲਓ ਲਾਟ ਦਾ ਮਾਲ ਸੀਗਾ ਪਹਿਲਾਂ ਹੋਰ ਸੀ, ਗੁਲਾਈ ਸੀ, ਹੁਣ ਇਹ ਵਾ। ਅਤੇ ਇਹਦੀ ਸਾਰੀ ਫਿਟਿੰਗ ਕਰ ਰਹੇ ਹਾਂ, ਆਪ ਕਰ ਰਹੇ ਉਹਦੀ। ਅਤੇ ਉਹ ਦੱਸਦੇ ਕਿਸ ਤਰ੍ਹਾਂ ਕਵਰ ਮੈਂ ਲਗਾਇਆ, ਉਹਦੇ ਸੁਰਾਖ ਕੱਢਿਆ। ਪਹਿਲੀ ਬਾਡੀ ਦੇ ਸੀ। ਹੁਣ ਸੀਲ ਡਬਲ ਠੋਕਣ ਲੱਗਾ ਤਾਂ ਕਿ ਪਾਣੀ ਬਾਹਰ ਨਾ ਆਵੇ। ਇਹਦਾ ਸੀਲਾਂ ਬਾਜ਼ਾਰ 'ਚ ਮਿਲ ਜਾਂਦੀਆਂ ਆਸਾਨੀ ਨਾਲ ਇਹਦੀਆਂ। ਇਹਦਾ ਨੰਬਰ ਵਾ 1235, ਠੀਕ ਹੈ। ਯਾਨੀ ਅੰਦਰਲਾ ਅਤੇ ਬਾਹਰਲਾ MM 'ਚ ਸਾਈਜ਼ ਗਿਣਿਆ ਜਾਂਦਾ। 1235 ਸੀਲ ਦਾ ਨੰਬਰ ਆ। ਅਤੇ ਇਹ ਡਬਲ ਲਾਉਣ ਲੱਗਾ ਤਾਂ ਕਿ ਇੱਕ ਡੈਮੇਜ ਹੋ ਜਾਵੇ ਅਤੇ ਦੂਜੀ, ਕਿਉਂਕਿ ਅਕਸਰ ਮਸਾਲਾ ਵਗੈਰਾ ਕੋਈ ਨੋਕੀਲਾ ਹੋਵੇ ਜਾਂ ਉੱਪਰਲੀ ਸੀਲ 'ਚ ਫਸ ਜਾਵੇ ਜਾਂ ਉਹਨੂੰ ਡੈਮੇਜ ਕਰ ਦੇ, ਅਤੇ ਥੱਲੇ ਵਾਲੀ ਸੀਲ 4 ਦਿਨ ਕੱਢ ਜਾਈਏ। ਉਨੀ ਦਿਨ ਵੈਸੇ ਲਾਈਫ ਪੂਰੀ ਹੋ ਜਾਂਦੀ ਹੈ ਜਿੰਨੀ ਦਿਨ ਡਬਲ ਸੀਲ ਡੈਮੇਜ ਹੋਣੀ। ਇਹਨਾਂ ਨੂੰ ਗਰੀਸ ਵਗੈਰਾ ਲਗਾ ਕੇ ਤਾਂ ਕਿ ਖੁਸ਼ਕ ਵੀ ਨਾ ਚੱਲੇ ਅਤੇ 4 ਦਿਨ ਕੱਢ ਵੀ ਜਾਵੇ। ਇਹ ਲਗਾ ਰਿਹਾ। ਫਿਰ ਮੈਂ ਮੋਟਰ ਦੇ ਕਵਰ 'ਚ ਸੁਰਾਖ ਮਾਰੇ ਹੋਏ ਖੁਦ, ਠੀਕ ਆ। ਉਹ ਮੋਟਰ ਬਾਜ਼ਾਰ 'ਚ ਜਿਸ ਤਰ੍ਹਾਂ ਹੀ ਫਿਟਿੰਗ ਕਰਕੇ ਦੇ ਦਿੰਦੇ ਆ, ਥੋੜ੍ਹਾ 19-21 ਫਿਟਿੰਗ ਖੁਦ ਕਰਨੀ ਪੈਂਦੀ ਇਹਦੀ। ਸੀਲਾਂ ਠੋਕਤੀਆਂ ਅਤੇ ਬਾਕੀ ਹੁਣ ਮੈਂ ਕਵਰ ਤੁਹਾਨੂੰ ਸੁਰਾਖ ਜਿਹੜੇ ਉਹ ਖੁਦ ਨਿਸ਼ਾਨ ਲਾ ਕੇ ਕੱਢੇ, ਜਿੱਥੇ ਕਿ ਇਹਦੀ ਫਿਟਿੰਗ ਹੋਣੀ ਲੈਵਲ ਸੈਂਟਰ 'ਚ ਕਰਕੇ ਮੋਟਰ ਉਸ ਹਿਸਾਬ ਨਾਲ ਉਹ ਵੀ ਤੁਹਾਨੂੰ ਦਿਖਾਉਂਦਾ। ਅਤੇ ਬਾਕੀ ਅਗਰ ਵੀਡੀਓ ਅੱਛੀ ਲੱਗਦੀ ਤਾਂ ਲਾਜ਼ਮੀ ਚੈਨਲ ਨੂੰ ਸਬਸਕ੍ਰਾਈਬ ਕਰੋ। ਇਸ ਤਰ੍ਹਾਂ ਦੀ ਵੀਡੀਓ ਅਪਲੋਡ ਕਰਦੇ ਰਹਾਂਗੇ। ਰਿਪੇਅਰਿੰਗ ਦੇ ਮਤਲਬ ਕੋਈ ਵੀ ਹੋ ਸਕਦੀ ਹੈ। ਅਤੇ ਬੈਲ ਆਈਕਨ ਵੀ ਦਬਾਇਓ, ਨੋਟੀਫਿਕੇਸ਼ਨ ਵਗੈਰਾ ਤੁਹਾਨੂੰ ਪਹੁੰਚ ਜਾਵੇ। ਸੀਲ ਠੋਕਤੀ ਆ, ਉਹ ਕਵਰ ਟੁੱਟ ਗਿਆ, ਉਹਦੀ ਖੈਰ ਆ, ਸੀਲ ਕਵਰ ਕਰ ਲੇਗੀ। ਜਿਹੜੇ ਮੈਂ ਸਟੱਡ ਲਾ ਰਿਹਾ, ਜਿਹਨੂੰ ਮੁਕਾਬਲੇ ਲਾ ਰਿਹਾ, ਉਹ ਫਲੈਟ ਹੈਡ ਆ ਤਾਂ ਕਿ ਉੱਪਰ ਫਿਟਿੰਗ 'ਚ ਮਸਲਾ ਨਾ ਆਵੇ। ਅੱਜ ਜਿੱਥੇ ਮੈਂ ਇਹਨੂੰ ਪਾਇਆ ਵਾ, ਇਹ ਵੀ ਸੁਰਾਖ ਖੁਦ ਕੀਤੇ। ਇਹਨਾਂ 'ਚ ਹੁਣ ਮੈਂ ਕਰਾਂਗਾ ਟਾਈਟ, ਇਹਨੂੰ ਦੱਸ ਦੇ ਨੱਟ ਨਾਲ ਟਾਈਟ ਕਰਕੇ। ਅਤੇ ਮੈਂ ਬਾਕੀ ਨਾਲ ਦੱਸੀ ਜਾਵਾਂਗੇ ਅਤੇ ਵੀਡੀਓ ਥੋੜ੍ਹੀ ਤੇਜ਼ ਹੋਏਗੀ। ਇਹਨੂੰ ਟਾਈਟ ਕਰਕੇ ਇਹ ਪਲੇਟ ਹੁਣ ਬੈਠੇਗੀ ਉਸ ਡੋਲਨੀ 'ਚ। ਸਟੀਲ ਦੀ ਡੋਲਨੀ ਜਿਹੜੀ ਆਮ ਆਪਾਂ ਦੁੱਧਾਂ 'ਚ ਦੁੱਧ ਵਾਸਤੇ ਇਸਤੇਮਾਲ ਕਰਦੇ ਨਾ, ਡੋਲਨੀ, ਉਹ 'ਚ ਬਣਾਏ ਹੋਏ ਆ ਪਾਵਰ ਬਲੈਂਡਰ ਦੇ ਨਾਮ ਤੋਂ। ਸਟੀਲ ਬਾਡੀ ਪਾਵਰ ਬਲੈਂਡਰ ਤਕਰੀਬਨ ਇਹ 7 kg 7.5 kg ਇਹਨੂੰ ਕਾਊਂਟ ਕੀਤਾ ਜਾਂਦਾ। ਅਤੇ 10 ਕਿਲੋ ਦਾ ਮਾਲ ਇਹ ਆਸਾਨੀ ਨਾਲ ਪੀ ਦਿੰਦੀ ਹੈ, ਯਾਨੀ ਇੰਨੀ ਇਹ 'ਚ ਤਾਕਤ ਆ। ਅਤੇ ਲੇਕਿਨ ਮਾਡਲ ਦਾ ਜਿਹੜਾ 7.5 kg ਦਾ ਇਹ ਵੀ ਦੱਸ ਕੇ ਮੋਟਰ ਲਿਆ ਸਕਦੇ 7.5 kg ਦੀ, ਨਹੀਂ ਤਾਂ ਮੋਟਰ ਦਾ ਲੈ ਜਾਓ ਨਾਲ ਅਤੇ ਆਸਾਨੀ ਨਾਲ ਮਿਲ ਜਾਏਗੀ। ਹੁਣ ਕਵਰ ਫਿੱਟ ਕਰਤਾ ਅਤੇ ਬੈਰਿੰਗ ਦੇ ਉੱਪਰ ਰਿੰਗ ਕਵਰ ਜਿਹੜਾ ਇਹ ਰੱਖਿਆ, ਜਿਹੜਾ ਥੋੜ੍ਹੀ ਜਿਹੀ ਤੜ ਦੇ ਕੇ ਰੱਖਦਾ ਵਾ ਇਹਨੂੰ ਬੈਰਿੰਗ ਨੂੰ। ਇਹ 'ਚ ਕਵਰ ਫਿੱਟ ਕਰਦਾ, ਠੀਕ ਆ। ਕਵਰ ਫਿੱਟ ਕਰਨ ਤੋਂ ਬਾਅਦ ਇਹਦੇ ਸਟੱਡ ਲਾਉਣੇ ਸਟੈਪ ਬਾਈ ਸਟੈਪ, ਯਾਨੀ ਕਿ ਨਾਲ ਦਿਖਾ ਰਿਹਾ ਅਤੇ ਬੋਲ ਵੀ ਨਾਲ ਆਸਾਨੀ ਹੋ ਜਾਏਗੀ। ਅਤੇ ਇਹਦੇ ਆ ਮੋਟਰ ਦੇ ਜਿਹੜੇ 4 ਕਾਬਲੇ ਆ, ਨਟ ਕਾਬਲੇ, ਉਹ ਫਿੱਟ ਕਰ ਗਏ, ਠੀਕ ਆ। ਇਹ 'ਚ ਇਹ ਧਿਆਨ ਰੱਖਣਾ ਕਿ ਇਹਦੇ ਨਾ ਜਿਹੜੇ ਕਾਰਬਨ ਆ, ਕਾਲੇ ਕਾਰਬਨ, ਇਹ ਨਾ ਡੈਮੇਜ ਹੋ ਜਾਣ ਫਿੱਟ ਕਰਦੇ, ਕਿਉਂਕਿ ਇਹ ਲੰਬੇ ਬਾਹਰ ਆਏ ਹੁੰਦੇ ਆ, ਇਹ ਨਾ ਡੈਮੇਜ ਹੋ ਜਾਣ। ਇਹਨਾਂ ਨੂੰ ਖਿੱਚ ਕੇ ਅਤੇ ਫਿਰ ਫਿੱਟ ਕਰਨਾ, ਠੀਕ ਆ। ਕਾਬਲੇ ਪੈ ਗਏ ਇਹਨਾਂ 'ਤੇ। ਅਤੇ ਚਲਾਈ ਇਹਦੀ 2 ਸਪੀਡਾਂ ਦੀ ਹੁੰਦੀ ਆ, ਲੋ ਹਾਈ। ਉਹ ਵੀ ਡਾਈਓਡ ਲਾ ਕੇ ਫਾਰਮੈਟੀ ਕੀਤੀ ਹੁੰਦੀ, ਵਰਨਾ ਹਾਈ ਸਪੀਡ 'ਤੇ ਬੜੀ ਸੋਹਣੀ ਚੱਲਦੀ ਹੈ ਮੋਟਰ, ਬਿਹਤਰੀਨ ਚੱਲਦੀ ਹੈ। ਹੁਣ ਕਾਬਲੇ ਵਗੈਰਾ ਟਾਈਟ ਕਰਦੇ ਹਾਂ ਅਤੇ ਇਹਦੇ 4 ਤਾਰਾਂ ਵਾ। ਇਹਦੇ ਕਨੈਕਸ਼ਨ ਅਸਲ 'ਚ ਇਸ ਤਰ੍ਹਾਂ ਵਾ ਕਿ ਫੀਲਡਾਂ ਅਤੇ ਆਰਮੇਚਰ ਸੀਰੀਜ਼ 'ਚ ਹੁੰਦੇ ਆ। ਜਿਹੜੇ ਦੋਸਤ ਬਾਪ ਕੰਮ ਕਰਦੇ ਉਹ ਸੀਰੀਜ਼ ਨੂੰ ਸਮਝਦੇ ਹੋਣਗੇ ਕਿ ਬਾਜ਼ ਔਕਾਤ ਐਸੀਆਂ ਮੋਟਰਾਂ ਨੇ ਜਿਹੜੀਆਂ ਪੈਰਲਲ 'ਚ ਹੁੰਦੀਆਂ, ਇਹ ਸੀਰੀਜ਼ 'ਚ ਹੁੰਦਾ। ਯਾਨੀ ਕਿ ਅਗਰ ਕਰੰਟ ਦਿੱਤਾ ਇੱਕ ਸਾਈਡ ਤੋਂ, ਉਹ ਫੀਲਡਾਂ 'ਚ ਘੁੰਮ ਕੇ ਆਣ ਕੇ ਆਰਮੇਚਰ 'ਚ ਹੋ ਕੇ ਆਣ ਕੇ ਵਾਪਸ ਆਏਗਾ, ਇਸ ਲਈ ਤਾਕਤ ਜ਼ਿਆਦਾ ਹੋ ਜਾਂਦੀ। ਅਤੇ ਚੱਕਰ ਇਹ ਤਕਰੀਬਨ ਮੇਰਾ ਖਿਆਲ 3200-3500 ਚੱਕਰ ਚਲਾ ਜਾਂਦਾ ਇਹਦਾ। ਬਾਅਦ ਦੇ ਚੱਕਰ ਜ਼ਿਆਦਾ ਹੁੰਦੇ ਆ, ਠੀਕ ਹੈ। ਜਿਸ ਤਰ੍ਹਾਂ ਦੀ ਮੋਟਰ ਯਾਨੀ ਕਿ ਆਵੇ, ਲੇਕਿਨ ਫਿਟਿੰਗ 'ਚ ਜਿਹੜੀ ਆਏ ਵੀ ਉਹ ਉਹਨਾਂ ਚਲਾ ਕੇ ਦੇਖ ਲਈ ਆ ਅਤੇ ਬਿਹਤਰੀਨ, ਠੀਕ ਆ। ਹੁਣ ਇਹਨੂੰ ਕਰਦੇ ਹਾਂ ਇਹਦੇ ਡੋਲਨੀ ਦੇ ਵਿੱਚ ਫਿੱਟ, ਡੋਲ ਦੇ ਵਿੱਚ ਕਹਿ ਲਓ, ਜਾਂ ਇਹਦੇ ਜੱਗ ਤਾਂ ਨਹੀਂ, ਇਹਨੂੰ ਕਹਿੰਦੇ ਡੋਲਨੀ ਆ। ਡੋਲਨੀ 'ਚ ਫਿੱਟ ਕਰਦੇ ਇਹਨੂੰ, ਸ਼ਾਰਟ ਵਗੈਰਾ ਚੈੱਕ ਕਰ ਲਈ ਆ। ਆਹ ਜਿਹੜੇ ਅਗਲਾ ਸਟੈਪ ਆ ਗਿਆ ਵਾ, ਡੋਲਨੀ 'ਚ ਜਿਹੜੀ ਪਿੱਛੇ ਜੈਨ ਲੱਗਾ, ਉਹ ਜੈਨ ਥੋੜ੍ਹਾ ਜਿਹਾ ਫਟ ਗਿਆ ਸੀਗਾ,
ਤੇ ਲਿਆਉਣ ਦਾ ਯਾਦ ਨਹੀਂ ਰਿਹਾ। ਹੁਣ ਜਿੱਥੋਂ ਟੁੱਟਾ ਜਾਣ ਉੱਥੇ ਸਮੱਧ ਲਾ ਕੇ ਉਸੇ ਤਰ੍ਹਾਂ ਬਿਠਾ ਦੇਣਾ। ਬਲ ਲੀਕੇਜ ਤਾਂ ਹੁੰਦੀ ਨਹੀਂ ਕਿਉਂਕਿ ਸੀਲਾਂ ਦਾ ਕਰਕੇ ਡਬਲ ਸੀਲ ਆ। ਫਿਰ ਵੀ ਇਹਤਿਆਤਨ ਉੱਥੇ ਹੀ ਬਿਠਾਵਾਂਗੇ ਜਿੱਥੋਂ ਜੈਨ ਦੇ ਟੁਕੜੇ ਲੱਥੇ ਆ, ਤਾਂ ਕਿ ਕੋਈ ਮਸਲਾ ਮਸਾਇਲ ਹੋਵੇ ਤਾਂ ਉਹ ਮੈਜਿਕ ਸਮੱਧ ਆਪਣੀ ਜਗ੍ਹਾ ਬਣਾ ਲਏਗੀ। ਅਤੇ ਇਹਨੂੰ ਰੱਖ ਕੇ ਜਿਹੜਾ ਜਿੱਥੇ 'ਤੇ ਹੈਗਾ ਉਹ ਮੈਂ ਦੇਖ ਲਿਆ ਇਹਨੂੰ, ਇਹ ਉਸ ਹਿਸਾਬ ਨਾਲ ਬਿਠਾਉਣ ਲੱਗਾ ਜਿੱਥੇ ਕੋਈ ਟੁਕੜੀ ਹੈਗੀ ਹੈ, ਕਿਉਂਕਿ ਟੁਕੜੀਆਂ 3-4 ਹੀ ਲੱਥੀਆਂ ਸੀ ਅਤੇ ਉਹ ਮੈਨੂੰ ਪਤਾ ਕਿੱਥੋਂ ਲੱਥੀਆਂ, ਉਸ ਹਿਸਾਬ ਨਾਲ ਬਹਾ ਦੇਣ ਲੱਗਾ। ਅਤੇ ਇਹਨੂੰ ਬਾਕੀ ਥੱਲਿਓਂ ਇਹਦੇ ਮੈਂ ਕਾਬਲੇ ਪਾਉਣ ਲੱਗਾ, ਕਾਬਲੇ ਪਾ ਕੇ ਇਹਨੂੰ ਕਰਦਾ ਫਿੱਟ। ਆਹ ਪਲੇਟ ਜਿਹੜੀ ਆ ਉਹ ਡੋਲਣੀ ਦੇ ਪਲੇਟ ਨਾਲ, ਇਸ ਤੋਂ ਅੱਗੇ ਡੋਲਣੀ ਸ਼ੁਰੂ ਹੋ ਜਾਂਦੀ ਆ। ਡੋਲੂ ਦੁੱਧ ਵਾਲਾ ਡੋਲੂ ਨਹੀਂ, ਬਾਲਟੀ, ਉਹ ਸ਼ੁਰੂ ਹੋ ਜਾਂਦੀ ਹੈ। ਉਹਦੀ ਬੇਸ ਦੇ ਵਿੱਚ ਇਹ ਲੱਗੀ ਆ। ਇਹ ਵਾ ਦੇਸੀ ਮੈਨੂਫੈਕਚਰਿੰਗ ਪਾਕਿਸਤਾਨ, ਮੇਡ ਇਨ ਪਾਕਿਸਤਾਨ, ਇਹ ਉਹ ਆਈਟਮ ਆ ਅਤੇ ਬਿਹਤਰੀਨ ਵਰਕਿੰਗ ਕਰ ਰਹੀ ਹੈ। ਇਹਨੇ ਹਮਾਮਾਲ ਇਹਨਾਂ ਦਾ ਪਕਵਾਨ ਸੈੱਟ ਵਾਲਾ ਦਾ ਕੰਮ ਤਾਂ ਆਸਾਨ ਕਰਤਾ, ਨਹੀਂ ਤੇ ਇਹ ਦੇਗਾਂ ਲੈ ਕੇ ਅਤੇ ਇੱਕ ਬੰਦਾ ਸਿਰਫ ਉਹਦਾ ਕੰਮ ਹੀ ਅਸੀਂ ਮਸਾਲਾ ਕੱਟਣਾ ਕੁੱਟਣਾ ਅਤੇ ਦੇਗਾਂ 'ਚ ਪਾਉਣਾ, ਬਾਕੀ ਕੜਛਾ ਮਾਰਦੇ ਰਹਿੰਦੇ ਸੀਗੇ। ਇਹ ਤਾਂ ਹੁਣ ਨਾਲ ਦੇਗ ਤਿਆਰ ਨਾਲ ਇਹ ਪਕਵਾਈ। ਹੁਣ ਲਾਵਾਂਗੇ ਇਹਦੇ ਬਲੇਡ ਨਟ ਵਗੈਰਾ ਦੇ ਅੱਛੀ ਤਰ੍ਹਾਂ ਟਾਈਟ ਕਰਨੇ, ਕਿਉਂਕਿ ਇਹਦੀ ਹਾਈ ਸਪੀਡ ਹੋਣ ਦੀ ਵਜ੍ਹਾ ਤੋਂ ਮਸਾਲਾ ਪੈਣ ਦੀ ਵਜ੍ਹਾ ਤੋਂ ਵਾਈਬ੍ਰੇਸ਼ਨ ਜ਼ਿਆਦਾ ਕਾਬਲੇ। ਇਸ ਲਈ ਅਸੀਂ ਪਹਿਲੇ ਜਿਹੜੇ ਕਾਬਲਿਆਂ ਦੀ ਚੂੜੀ 19-21 ਦਾ ਫਰਕ ਸੀ, ਲੇਕਿਨ ਉਹ ਰਿਸਕ ਨਹੀਂ ਲਿਆ। ਕਾਬਲੇ ਸਾਰੇ ਨਵੇਂ ਲਾ ਰਹੇ ਹਾਂ ਤਾਂ ਕਿ ਨਟ ਕਾਬਲਾ ਜਿਹੜਾ ਉਹ ਟਾਈਟ ਅੱਛੀ ਤਰ੍ਹਾਂ ਹੋਵੇ। ਹੁਣ ਇਹਦੀ ਕਸਾਈ ਪਾਤੀ ਆ ਅਤੇ ਹੁਣ ਇਹਦਾ ਉੱਤੇ ਲਾਵਾਂਗੇ ਬਲੇਡ, ਠੀਕ ਆ। ਅਤੇ ਬਲੇਡਾਂ ਦੇ ਥੱਲੇ ਰੱਖਣੀ ਵਾਸ਼ਲ, ਉਹ ਜ਼ਰੂਰੀ ਆ, ਕਿਉਂਕਿ ਅਗਰ ਬਿਲਕੁਲ ਨਾਲ ਲਾਓਗੇ ਅਤੇ ਉਹ ਮਸਾਲਾ ਜਿਹੜਾ ਉਹ ਸੀਲ ਦੇ ਵਿੱਚ ਜਿਹੜਾ ਜਾਂ ਸ਼ਾਵਟ 'ਚ ਚੱਕ ਭਰ ਜਾਂਦਾ। ਆ ਮੈਂ ਪਾਉਣ ਲੱਗਾ ਸੀਲਾਂ, ਵਾਸ਼ਲ ਪਾਉਣ ਲੱਗਾ। ਇਹਨਾਂ ਵਾ ਥੋੜ੍ਹਾ ਜਿਹਾ ਉੱਪਰ ਰਹੇਗਾ ਅਤੇ ਬਲੇਡ ਆਸਾਨੀ ਨਾਲ ਘੁੰਮ ਜਾਏਗਾ, ਫਸੇਗਾ ਨਹੀਂ। ਯਾਨੀ ਐਸੇ ਮਸਾਲੇ ਵੀ ਆ ਜਾਂਦੇ ਜਿਹੜੇ ਇਹਨੂੰ ਟਾਈਟ ਕਰ ਦਿੰਦੇ ਆ, ਅਤੇ ਇਸ ਲਈ ਥੋੜ੍ਹਾ ਜਿਹਾ ਉੱਪਰ ਰਹੇਗਾ। ਉਹਨਾਂ ਫਿਰ ਨਹੀਂ ਫਰਕ ਪੈਂਦਾ, ਕਟਾਈ 'ਚ ਨਹੀਂ ਪਸਾਈ 'ਚ ਫਰਕ ਤਾਂ ਨਹੀਂ ਪੈਂਦਾ, ਲੇਕਿਨ ਇਹਨੂੰ ਘੁੰਮਦਾ ਆਸਾਨੀ ਨਾਲ। ਇਹਨੂੰ ਬਲੇਡ ਰੱਖ ਕੇ ਇਹਨੂੰ ਟਾਈਟ ਕਰਦੇ ਹੈਗੇ, ਇਹ ਚੀਜ਼ ਆ। ਅਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਅੱਛੀ ਲੱਗੇ ਲਾਈਕ ਕਰਿਓ ਅਤੇ ਨੋਟੀਫਿਕੇਸ਼ਨ ਔਨ ਕਰਿਓ। ਇਸ ਤਰ੍ਹਾਂ ਦੀ ਵੀਡੀਓ ਅਪਲੋਡ ਕਰਾਂਗੇ ਅਤੇ ਤੁਹਾਡੇ ਕੋਲ ਅਪਲੋਡ ਹੋ ਜਾਇਆ ਕਰੇਗੀ, ਪਹੁੰਚ ਜਾਇਆ ਕਰੇਗੀ। ਅਤੇ ਰਿਪੇਅਰਿੰਗ ਦਾ ਮਤਲਬ ਕੋਈ ਵੀ ਆ, ਇਨਸ਼ਾਅੱਲਾ ਅਪਲੋਡ ਕਰਦੇ ਰਹਾਂਗੇ। ਅਤੇ ਹੁਣ ਬਲੇਡ ਵਗੈਰਾ ਮੈਂ ਟਾਈਟ ਕਰਤਾ, ਬਾਕੀ ਨੇ ਚੱਲਿਆ ਖੁਦ ਹੋਣਾ। ਹੁਣ ਅਗਲਾ ਸਟੈਪ ਮੈਂ ਤਾਰਾਂ ਲੰਬੀਆਂ ਕਰਕੇ ਮੈਂ ਬਾਹਰ ਕੱਢਾਂਗਾ, ਕਿਉਂਕਿ ਤਾਰਾਂ ਇਹਦੀਆਂ 2 ਹੀ ਆ, ਬਾਕੀ ਜੋੜ ਲਾਤੇ ਆ। ਇਹ 2 ਤਾਰਾਂ ਸਿੱਧੀਆਂ ਲੱਗਣੀਆਂ ਉਹ 'ਚ ਸੈਲੈਕਟਰ ਸਵਿੱਚ, ਇੱਕ ਮੇਨ ਲੱਗ ਜਾਣੀ ਹੈ ਅਤੇ ਦੂਸਰੀ ਜਿਹੜੀ ਨਿਊਟਰਲ ਡਾਇਰੈਕਟ, ਇੱਕ ਅੱਧੀ ਲਾਈਟ ਲੱਗੀ ਬਸ। ਉਹ ਯਾਨੀ ਕਿ ਆਮ ਬੰਦਾ ਵੀ ਇਲੈਕਟ੍ਰੀਸ਼ੀਅਨ ਜਿਹੜਾ ਹੋਵੇ ਸਮਝ ਜਾਂਦਾ ਇਹ ਕੰਮ ਨੂੰ, ਉਹ ਐਡਾ ਮੁਸ਼ਕਿਲ ਕੋਈ ਨਹੀਂ। ਹੁਣ ਪਲੇਟ ਰੱਖ ਕੇ ਨਾ ਆੜੀ ਤਾਰਾਂ ਲੰਬੀਆਂ ਕਰ ਲਈਆਂ ਮੈਂ, ਜੋੜ ਲਾ ਕੇ ਅੱਛੀ ਤਰ੍ਹਾਂ ਇਹਨੂੰ ਜੋੜ ਲਾਵਾਂਗਾ। ਆ ਸਿਲੈਕਟਰ ਸਵਿੱਚ ਯਾਨੀ ਕਿ ਜਿਸ ਤਰ੍ਹਾਂ ਨਹੀਂ ਫਰਸ਼ੀ ਪੱਖੇ ਦੇ ਕਨੈਕਸ਼ਨ ਕਿ ਨਿਊਟਰਲ ਡਾਇਰੈਕਟ ਚੱਲ ਜਾਣੀ ਆ, ਅਤੇ ਜਿਹੜਾ ਵਾ ਸਿਲੈਕਟਰ ਸਵਿੱਚ ਵਿੱਚ ਚੱਲ ਜਾਣਾ। ਉਹ 'ਚ ਡਾਈਓਡ ਲੱਗਾ, ਡਾਈਓਡ ਸਪੀਡ ਥੋੜ੍ਹੀ ਸਲੋਅ ਕਰਦਾ, ਐਡਾ ਖਾਸ ਫਰਕ ਨਹੀਂ ਪੈਂਦਾ, ਬਸ ਜ਼ਹਿਨੀ ਤਸੱਲੀ ਵਾਸਤੇ ਵਾ, ਠੀਕ ਹੈ। ਹੁਣ ਆਹ ਕਨੈਕਸ਼ਨ ਲਾ ਰਿਹਾ ਸਾਡੀ ਮੇਨ ਉਹ 'ਚ ਡਾਈਓਡ ਲੱਗਾ ਨਾ, ਆ ਨਿਊਟਰਲ ਲਾਤੀ ਆ, ਅਤੇ ਉਹ 'ਤੇ ਇੱਕ 2 ਤਾਰਾਂ ਐਕਸਟਰਾ ਇਸ ਲਈ ਉਹ 'ਚ ਨਾਲ ਲਾਈਟ ਲੱਗੀ ਹੋਈ ਆ। ਇਹਨੂੰ ਲਾ ਕੇ ਅਤੇ ਹੁਣ ਚਲਾ ਕੇ ਚੈੱਕ ਕਰਦੇ ਹਾਂ। ਅਤੇ ਕਨੈਕਸ਼ਨ ਕਰਤੇ, ਚੱਲ ਪਈ ਵਾ, ਸਪੀਡਾਂ ਦੋਨੋਂ ਚੱਲ ਪਈਆਂ ਵਾ। ਅਤੇ ਹੁਣ ਇਹਨੂੰ ਉੱਪਰਲਾ ਕਵਰ ਲਾਉਂਦੇ, ਇਹਦਾ ਉੱਪਰਲਾ ਕਵਰ ਲਾ ਕੇ ਫਿੱਟ ਕਰਕੇ ਫੈਨ ਜਿਹੜੀ ਹੈ ਤੁਹਾਨੂੰ ਲੁੱਕ ਦਿਖਾਉਂਦੇ, ਸਪੀਡ ਦਿਖਾਉਂਦੇ ਉੱਪਰੋਂ ਚਲਾ ਕੇ ਇਹਨੂੰ, ਠੀਕ ਆ। ਇਹਦੇ ਯਾਨੀ ਕਿ ਜਦੋਂ ਚੈੱਕ ਕਰੀਦਾ ਕੋਈ ਫਿਟਿੰਗ ਕਰਨ ਲੱਗਿਆ ਕੋਈ ਮਸਲਾ ਤਾਂ ਨਹੀਂ ਬਣ ਗਿਆ। ਅਤੇ ਉਹ ਪਿਛਲੀ ਬੈਕ ਕਵਰ ਲਾਉਂਦੇ ਹਾਂ, ਟੇਪਾਂ ਸ਼ੇਪਾਂ ਮੈਂ ਕਰਤੀਆਂ ਵਾ, ਬੈਕ ਕਵਰ ਇਹਦਾ ਫਿੱਟ ਕਰਕੇ ਅਤੇ ਉੱਪਰ ਰੱਖ ਕੇ ਚਲਾਉਂਦੇ। ਉੱਪਰਲਾ ਨਟ ਟਾਈਟ ਨਹੀਂ ਸੀ ਕੀਤਾ, ਲੇਕਿਨ ਉਹ ਉਲਟਾ ਹੁੰਦਾ ਵਾ ਅਤੇ ਉਹਨੇ ਖੁਦ ਬ ਖੁਦ ਹੀ ਇਹਨੂੰ ਚਲਾ ਦੇਣਾ ਉੱਧਰਲੀ ਸਾਈਡ 'ਤੇ ਟਾਈਟ ਕਰ ਦੇਣਾ। ਆ ਬੈਕ ਕਵਰ ਲੱਗ ਗਿਆ, ਅਤੇ ਹੁਣ ਇਹਨੇ ਥੋੜ੍ਹਾ ਤੰਗ ਕੀਤਾ। ਪਲੇਟ ਬੈਕ ਪਲੇਟ ਦੇ ਨਟ ਟਾਈਟ ਹੋ ਗਏ ਆ। ਹੁਣ ਇਹਨੂੰ ਸਿੱਧਾ ਕਰਕੇ ਅਤੇ ਮੈਂ ਤੁਹਾਨੂੰ ਦਿਖਾਉਣਾ ਚਲਾ ਕੇ ਇਹਨੂੰ, ਮੋਟਰ ਵਗੈਰਾ ਫਿੱਟ ਹੋ ਗਈ। ਇਹ 7.5 kg ਮਾਡਲ 'ਚ ਗਿਣਿਆ ਜੀ ਇਹ ਡੋਲੂ, ਅਤੇ ਪਾਵਰ ਗਰੈਂਡਰ ਦੇ ਨਾਮ ਤੋਂ ਵੀ ਇਹਨੂੰ ਗਿਣਿਆ ਜਾਂਦਾ ਵਾ। ਬਾਕੀ ਅੱਲਾ ਖੈਰ ਰੱਖੇ, ਇਨਸ਼ਾਅੱਲਾ ਆਪਾਂ ਨੈਕਸਟ ਵੀਡੀਓ 'ਚ ਹੋਰ ਇਹਦੀ ਮਾਲੂਮਾਤ ਵਗੈਰਾ, ਅਗਰ ਰਿਪੇਅਰਿੰਗ ਦਾ ਮੌਕਾ ਮਿਲਿਆ, ਛੋਟੀ ਮੋਟੀ ਰਿਪੇਅਰਿੰਗ ਇੰਨੀ ਕੁ ਹੋਈ, ਕਿਉਂਕਿ ਇਹਨੂੰ ਤਾਂ ਪੁਰਾਣੀ ਮੋਟਰ ਨੂੰ ਪਾਣੀ ਲੱਗ ਗਿਆ ਸੀਗਾ, ਉਹਦਾ ਫਾਇਦਾ ਕੋਈ ਨਹੀਂ ਸੀ ਹੋਣਾ। ਅਗਰ ਕੋਈ ਹੋਇਆ ਰਿਪੇਅਰਿੰਗ ਕਾਬਲ ਹੋਈ ਉਹ ਵੀ ਕਰਾਂਗੇ ਕਿਸ ਤਰ੍ਹਾਂ।
ਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਿਓ ਤੇ ਚੈਨਲ ਤੇ ਹੋਰ ਵੀ ਵੀਡੀਓ ਹੈਗੀਆਂ ਰਿਪੇਅਰਿੰਗ ਮੁਤਲਕ, ਉਹਨਾਂ ਨੂੰ ਵਿਜ਼ਿਟ ਕਰਿਓ। ਤਾਂ ਚਲਾ ਕੇ ਦਿਖਾਉਂਦੇ ਸ਼ਾਰਟ ਤੇ ਨਹੀਂ, ਉਹ ਚੈੱਕ ਕਰਨਾ ਤਸੱਲੀ ਨਾਲ, ਤਾਂ ਕਿ ਇਨ ਟਾਈਮ ਜਾ ਕੇ ਨਾ ਲੱਗੇ ਪਤਾ। ਇਹ ਸਪੀਡ ਚੈੱਕ ਕਰਵਾਏ ਜੀ। मिलेंगे नेक्स्ट टाइम इंटरेस्टिंग वीडियो ना। अल्लाह खैर रखे, रब रखा।